ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪ੍ਰਿੰਸੀਪਲ ਸੁਜਾਨ ਸਿੰਘ ਦੁਆਰਾ ਰਚਿਤ ਰੱਬ ਦੀ ਮੌਤ ਕਹਾਣੀ ਦੀ ਸਾਹਿਤਕ ਆਲੋਚਨਾ ਲੈ ਕੇ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਪ੍ਰਿੰਸੀਪਲ ਸੁਜਾਨ ਸਿੰਘ ਪੰਜਾਬੀ ਕਹਾਣੀ ਦੇ ਖੇਤਰ ਦੇ ਵਿੱਚ ਕਾਫੀ ਜਾਣਿਆ ਪਛਾਣਿਆ ਹਸਤਾਖਰ ਹੈ, ਜਿਨ੍ਹਾਂ ਨੇ ਪੰਜਾਬੀ ਕਹਾਣੀ ਦੇ ਕਲਾਤਮਕ ਮੁਹਾਂਦਰੇ ਨੂੰ ਢਾਲਣ ਦੇ ਵਿੱਚ ਇਤਿਹਾਸਕ ਯੋਗਦਾਨ ਪਾਇਆ। ਉਹਨਾਂ ਦੁਆਰਾ ਰਚਿਤ ਕਹਾਣੀਆਂ ਦੇ ਮੂਲ ਵਿਸ਼ੇ ਹੇਠਲੀ ਮੱਧ ਸ਼੍ਰੇਣੀ ਦੇ ਜੀਵਨ ਦੇ ਜੋ ਵਿਸ਼ਾਦ ਹਨ, ਤੰਗੀਆਂ ਤੁਰਸ਼ੀਆਂ ਹਨ, ਜੋ ਉਹਨਾਂ ਦੀਆਂ ਕਠਿਨਾਈਆਂ ਹਨ, ਉਹਨਾਂ ਦੇ ਨਾਲ ਸੰਬੰਧਿਤ ਹੁੰਦੇ ਹਨ ਅਤੇ ਨਾਲ ਹੀ ਸਰਮਾਏਦਾਰੀ ਜਾਂ ਪੂੰਜੀਪਤੀ ਵਰਗ ਦੇ ਜੀਵਨ ਦੇ ਕੋਹਜ ਨੂੰ ਵੀ ਉਹਨਾਂ ਨੇ ਬੜੀ ਹੀ ਬਰੀਕ ਬੀਨੀ ਦੇ ਨਾਲ ਨੰਗਾ ਕੀਤਾ ਹੈ। ਇਸੇ ਸਦਕਾ ਉਹਨਾਂ ਦੀਆਂ ਕਹਾਣੀਆਂ ਨਾ ਸਿਰਫ ਭਾਰਤੀ ਭਾਸ਼ਾਵਾਂ ਵਿੱਚ ਸਗੋਂ ਵਿਸ਼ਵ ਦੀਆਂ ਅਨੇਕ ਹੋਰ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। ਜਿੱਥੋਂ ਤੱਕ ਰੱਬ ਦੀ ਮੌਤ ਕਹਾਣੀ ਦੇ ਵਿਸ਼ੇ ਦਾ ਸੰਬੰਧ ਹੈ, ਇਹ ਜੋ ਕਿਰਤੀ ਵਰਗ ਹੈ ਉਹਨਾਂ ਦੀਆਂ ਔਰਤਾਂ ਦੀ ਢਿੱਡ ਦੀ ਭੁੱਖ ਅਤੇ ਜੋ ਸਰਮਾਏਦਾਰੀ ਹੈ ਉਹਨਾਂ ਦੀ ਜਿਨਸੀ ਭੁੱਖ ਦੇ ਵਿੱਚੋਂ ਆਪਣਾ ਮੂਲ ਵਿਵੇਕ ਸਿਰਜਦਾ ਹੈ। ਰੱਬ ਦੀ ਮੌਤ ਕਹਾਣੀ ਪ੍ਰਿੰਸੀਪਲ ਸੁਜਾਨ ਸਿੰਘ ਦੇ 7 ਸੁਰਾਂ ਕਹਾਣੀ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ, ਜਿਸ ਦੇ ਵਿੱਚ ਰੇਸ਼ਮੋ ਨਾਮ ਦੀ ਜੋ ਨਾਇਕਾ ਹੈ ਕਹਾਣੀ ਦੀ, ਉਸ ਦੇ ਪਿਤਾ ਪੁਲ ਬਣਾਉਂਦਿਆਂ ਹੋਇਆਂ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਸਮਾ ਜਾਂਦੇ ਹਨ। ਹਾਦਸੇ ਤੋਂ 1 ਮਹੀਨਾ ਬਾਅਦ ਰੇਸ਼ਮੋ ਦੇ ਘਰ ਭਰਾ ਪੈਦਾ ਹੁੰਦਾ ਹੈ ਔਰ 3 ਜੀਆਂ ਦਾ ਛੋਟਾ ਜਿਹਾ ਪਰਿਵਾਰ ਹੈ, ਪਰ ਹੁਣ ਉਹਨਾਂ ਨੂੰ ਖਾਣ ਪੀਣ ਦੇ ਵੀ ਲਾਲੇ ਪੈ ਗਏ ਹਨ। ਇਸੇ ਕਰਕੇ ਰਹਿਮਤੇ ਨਾਮ ਦੀ ਇੱਕ ਔਰਤ ਰੇਸ਼ਮੋ ਦੀ ਮਾਂ ਦੇ ਸੰਪਰਕ ਵਿੱਚ ਆਉਂਦੀ ਹੈ, ਜੋ ਕਿ ਉਸਨੂੰ ਕਾਰਖਾਨੇ ਦੇ ਵਿੱਚ ਕੰਮ ਦਿਲਵਾ ਕੇ ਉਹਨਾਂ ਦੀ ਆਰਥਿਕ ਸਹਾਇਤਾ ਕਰਨ ਦਾ ਇੱਕ ਢੌਂਗ ਰਚਦੀ ਹੈ। ਵਾਸਤਵ ਦੇ ਵਿੱਚ ਰਹਿਮਤੇ ਇੱਕ ਅਜਿਹੀ ਔਰਤ ਹੈ ਜਿਸ ਦਾ ਕੰਮ ਜੋ ਹੈ ਭੋਲੀਆਂ ਭਾਲੀਆਂ ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਮਾਲਕਾਂ ਦੀ ਹਵਸ ਦਾ ਸ਼ਿਕਾਰ ਬਣਾਉਣਾ ਅਤੇ ਉਹਨਾਂ ਤੋਂ ਪੈਸੇ ਉਗਰਾਉਣਾ ਹੈ। ਰੇਸ਼ਮੋ ਦੀ ਮਾਂ ਉਸ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ ਅਤੇ ਕਾਰਖਾਨੇ ਦੇ ਵਿੱਚ ਕੰਮ ਕਰਨ ਲਈ ਤਿਆਰ ਹੋ ਜਾਂਦੀ ਹੈ, ਪਰ ਰੇਸ਼ਮੋ ਨਹੀਂ ਚਾਹੁੰਦੀ ਕਿ ਉਸ ਦੀ ਮਾਂ ਦੇ ਕੰਮ ਜਾਣ ਸਦਕਾ ਉਸ ਦਾ ਭਰਾ ਜੋ ਹੈ ਛੋਟਾ ਜਿਹਾ ਰੁੱਲ ਜਾਵੇ। ਇਸ ਲਈ ਉਹ ਆਪ ਫੈਕਟਰੀ ਦੇ ਵਿੱਚ ਕੰਮ ਜਾਣ ਦੇ ਲਈ ਤਿਆਰ ਹੋ ਜਾਂਦੀ ਹੈ। ਪਰ ਜਦੋਂ ਉੱਥੋਂ ਦਾ ਮਾਹੌਲ ਜਾ ਕੇ ਵੇਖਦੀ ਹੈ ਤਾਂ ਉਹ ਬੜਾ ਉਸ ਦਾ ਦਮ ਘੁੱਟਦਾ ਹੈ, ਕਿਉਂਕਿ ਉੱਥੇ ਉਸਨੂੰ ਸਾਰੇ ਹੀ ਬੜੇ ਅਜੀਬ ਜਿਹੇ ਲੋਕ ਨਜ਼ਰ ਆਉਂਦੇ ਹਨ, ਜਿਨ੍ਹਾਂ ਦਾ ਧਿਆਨ ਹਰ ਪਲ ਜੋ ਹੈ ਰੇਸ਼ਮਾ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੇ ਵਿੱਚ ਲੱਗਿਆ ਰਹਿੰਦਾ ਹੈ। ਅਜਿਹੇ ਨਾਖੁਸ਼ਗਵਾਰ ਮਾਹੌਲ ਦੇ ਵਿੱਚ ਉਹ ਖੁਸ਼ ਵੀ ਨਹੀਂ ਹੈ, ਪਰ ਉਹ ਨੌਕਰੀ ਵੀ ਨਹੀਂ ਛੱਡਦੀ, ਕਿਉਂਕਿ ਉੱਥੇ ਕੰਮ ਕਰਨਾ ਉਸਦੀ ਮਜਬੂਰੀ ਹੈ। ਇਸ ਵਕਤ ਉਹਨਾਂ ਦੇ ਆਰਥਿਕ ਹਾਲਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਸੁਖਾਵੇਂ ਨਹੀਂ ਹਨ, ਪਰ ਉਹਨਾਂ ਲੋਕਾਂ ਨੂੰ ਉਹ ਜੋ ਹੈ ਅਣਗੌਲਿਆਂ ਕਰਦੀ ਰਹਿੰਦੀ ਹੈ। ਪਰ ਰਹਿਮਤੇ ਅਤੇ ਫੈਕਟਰੀ ਦੇ ਹੋਰ ਕਰਿੰਦੇ ਜਿਵੇਂ ਜੋ ਇੰਜੀਨੀਅਰ ਹੈ ਜਾਂ ਫਿੱਟਰ ਹੈ ਜਾਂ ਬਾਬੂ ਹੈ, ਉਹ ਸਾਰੇ ਹਮੇਸ਼ਾ ਅਜਿਹਾ ਜਾਲ ਵਿਛਾਉਂਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਰੇਸ਼ਮਾ ਉਹਨਾਂ ਦੇ ਜਾਲ ਦੇ ਵਿੱਚ ਫਸ ਕੇ ਉਹਨਾਂ ਦੀ ਹਵਸ ਦਾ ਸ਼ਿਕਾਰ ਹੋ ਸਕੇ। ਇਸੇ ਜਾਲ ਦੇ ਅਧੀਨ ਜਾਂ ਇਸੇ ਕੋਝੀ ਚਾਲ ਦੇ ਅਧੀਨ ਇੱਕ ਦਿਨ ਰਹਿਮਤੇ ਰੇਸ਼ਮਾ ਨੂੰ ਮਾਲਕ ਦੇ ਘਰ ਭੇਜ ਦਿੰਦੀ ਹੈ, ਇਹ ਕਹਿ ਕੇ ਕਿ ਮਾਲਕਨ ਨੇ ਉਸਨੂੰ ਬੁਲਾਇਆ ਹੈ। ਪਰ ਜਦ ਰੇਸ਼ਮਾ ਉੱਥੇ ਪਹੁੰਚਦੀ ਹੈ ਅਤੇ ਦੇਖਦੀ ਹੈ ਕਿ ਮਾਲਕਨ ਘਰ ਵਿੱਚ ਨਹੀਂ ਹੈ ਔਰ ਉਹ ਕਿਸੇ ਤਰ੍ਹਾਂ ਪੱਲਾ ਛੁਡਾ ਕੇ ਉੱਥੋਂ ਭੱਜ ਆਉਂਦੀ ਹੈ ਫੈਕਟਰੀ ਦੇ ਵਿੱਚ। ਫਿਰ ਇਸ ਤੋਂ ਬਾਅਦ ਜਾਣਬੁੱਝ ਕੇ ਜੋ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਕਰਿੰਦੇ ਹਨ, ਇੱਕ ਜੋ ਰੈਂਚ ਹੈ ਉਸਨੂੰ ਤਹਿਖਾਨੇ ਦੇ ਵਿੱਚ ਸੁੱਟ ਦਿੰਦੇ ਹਨ ਔਰ ਰੇਸ਼ਮੋ ਨੂੰ ਉਹ ਰੈਂਚ ਲੈਣ ਵਾਸਤੇ ਭੇਜਦੇ ਹਨ। ਜਦੋਂ ਰੇਸ਼ਮੋ ਉੱਥੋਂ ਰੈਂਚ ਲੈਣ ਵਾਸਤੇ ਜਾਂਦੀ ਹੈ, ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਔਰ ਫੈਕਟਰੀ ਦਾ ਮਾਲਕ ਜਿਹੜਾ ਹੈ ਉਹ ਪਹਿਲਾਂ ਹੀ ਉੱਥੇ ਮੌਜੂਦ ਹੁੰਦਾ ਹੈ, ਜਿਹੜਾ ਰੇਸ਼ਮੋ ਦੇ ਜੱਦ ਸੱਤ 'ਤੇ ਹਮਲਾ ਕਰਦਾ ਹੈ। ਪਰ ਰੇਸ਼ਮੋ ਉੱਤੇ ਹਿੰਮਤ ਤੋਂ ਕੰਮ ਲੈਂਦਿਆਂ ਹੋਇਆਂ ਮਾਲਕ ਨੂੰ ਅਜਿਹਾ ਧੱਕਾ ਮਾਰਦੀ ਹੈ ਕਿ ਉਹ ਪਟਿਆਂ ਦੇ ਵਿੱਚ ਆ ਕੇ ਵੱਢਿਆ ਜਾਂਦਾ ਹੈ ਅਤੇ ਅੰਤ ਉਸਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਲੇਖਕ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਇਹ ਫੈਕਟਰੀ ਮਾਲਕ ਜਿਹੜੇ ਆਪਣੇ ਕਰਿੰਦਿਆਂ ਨੂੰ ਕੰਮ ਦੇ ਕੇ ਉਹਨਾਂ ਦਾ ਮਾਲਕ ਹੀ ਨਹੀਂ ਸਮਝਦੇ, ਸਗੋਂ ਆਪਣੇ ਆਪ ਨੂੰ ਉਹਨਾਂ ਦੀਆਂ ਔਰਤਾਂ ਦੇ ਜੋ ਜਿਸਮ ਹਨ ਉਹਨਾਂ ਦਾ ਵੀ ਮਾਲਕ ਸਮਝਣ ਦੀ ਕੋਸ਼ਿਸ਼ ਕਰ ਬੈਂਦੇ ਹਨ। ਪਰ ਜਦੋਂ ਰੇਸ਼ਮੋ ਜਿਹੇ
ਜੋ ਸੱਚੇ ਸੁੱਚੇ ਇਨਸਾਨ ਨਾਲ ਉਹਨਾਂ ਦਾ ਵਾਹ ਪੈਂਦਾ ਹੈ ਅਤੇ ਉਹਨਾਂ ਨੂੰ ਮੂੰਹ ਦੀ ਵੀ ਖਾਣੀ ਪੈਂਦੀ ਹੈ। ਅਤੇ ਇਸ ਤਰ੍ਹਾਂ ਉਹ ਮਾਲਕ ਦਾ ਬੇਟਾ ਜਿਹੜਾ ਆਪਣੇ ਆਪ ਨੂੰ ਜੋ ਬਹੁਤ ਵਿਗੜਿਆ ਹੋਇਆ ਸੀ, ਫੈਕਟਰੀ ਦਾ ਰੱਬ ਸਮਝਦਾ ਸੀ, ਜਿਹੜਾ ਸੋਚਦਾ ਸੀ ਕਿ ਉਹਨਾਂ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਰਿੰਦੇ ਜਿਹੜੇ ਹਨ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਸਿਰਫ ਉਸੇ ਕਰਕੇ ਚੱਲ ਰਹੀ ਹੈ। ਇਸ ਕਰਕੇ ਲੇਖਕ ਨੇ ਇੱਕ ਬਹੁਤ ਵੱਡਾ ਵਿਅੰਗ ਕੀਤਾ ਹੈ ਕਿ ਅਜਿਹੇ ਜੋ ਅਖੌਤੀ ਰੱਬ ਹਨ, ਇਹਨਾਂ ਦਾ ਘਾਣ ਕਰਨਾ ਜਾਂ ਇਹਨਾਂ ਦਾ ਜੋ ਹੈ ਇਸ ਸੰਸਾਰ ਤੋਂ ਰੁਖਸਤ ਕਰ ਜਾਣਾ ਹੀ ਸਮਾਜ ਦੀ ਭਲਾਈ ਦੇ ਹਿੱਤ ਵਿੱਚ ਹੈ। ਪਰ ਇਸ ਕਹਾਣੀ ਦਾ ਅੰਤ ਬੜਾ ਦੁਖਾਂਤਕ ਹੈ, ਕਿਉਂਕਿ ਜੋ ਰੇਸ਼ਮਾ ਹੈ, ਮਾਲਕ ਦੀ ਮੌਤ ਦਾ ਜ਼ਿੰਮੇਦਾਰ ਉਸ ਨੂੰ ਠਹਿਰਾ ਕੇ ਉਸ ਦੇ ਉੱਤੇ ਮੁਕੱਦਮਾ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਹਨ, ਜਾਂ ਇੱਕ ਤਰ੍ਹਾਂ ਦੇ ਨਾਲ ਜੋ ਹੈ ਪੈਸੇ ਦੇ ਜੋੜ ਦੇ ਉੱਤੇ ਝੂਠਾ ਮੁਕੱਦਮਾ ਰੇਸ਼ਮਾ ਦੇ ਉੱਤੇ ਦਰਜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਤੇ ਅਖੀਰ ਦੇ ਵਿੱਚ ਲੇਖਕ ਕਹਿੰਦਾ ਹੈ ਕਿ ਫੈਕਟਰੀ ਦੇ ਮੋਏ ਹੋਏ ਰੱਬ ਦੀ ਇੱਜ਼ਤ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ, ਇੱਕ ਬਹੁਤ ਵੱਡਾ ਵਿਅੰਗ ਕੀਤਾ ਹੈ ਇੱਥੇ ਕਹਾਣੀਕਾਰ ਨੇ। ਜਿੱਥੋਂ ਤੱਕ ਕਹਾਣੀ ਦੇ ਪਲਾਟ ਦਾ ਜਾਂ ਗੋਂਦ ਦਾ ਸੰਬੰਧ ਹੈ, ਕਹਾਣੀ ਦਾ ਪਲਾਟ ਜੋ ਹੈ ਬੇਹੱਦ ਕੱਸਿਆ ਹੋਇਆ ਹੈ, ਗੋਂਦ ਬੜੀ ਪੀੜੀ ਹੈ, ਨਿਰੰਤਰ ਕਹਾਣੀ ਜੋ ਹੈ ਇੱਕ ਵਹਾਅ ਦੇ ਵਿੱਚ ਚੱਲ ਰਹੀ ਹੈ। ਰੇਸ਼ਮੋ ਦੇ ਪਿਤਾ ਦਾ ਮਰਨਾ, ਰੇਸ਼ਮੋ ਦਾ ਫੈਕਟਰੀ ਦੇ ਵਿੱਚ ਕੰਮ ਕਰਨ ਲਈ ਜਾਣਾ, ਰਹਿਮਤੇ ਦਾ ਉਸ ਨੂੰ ਜਾਲ ਦੇ ਵਿੱਚ ਫਸਾਉਣਾ ਅਤੇ ਉਸ ਦੇ ਜਾਲ ਦੇ ਵਿੱਚ ਫਸ ਕੇ ਅੰਤ ਉਸ ਦਾ ਤਹਿਖਾਨੇ ਦੇ ਵਿੱਚ ਚਲੇ ਜਾਣਾ ਅਤੇ ਉੱਥੇ ਮਾਲਕ ਦਾ ਉਸ ਦੀ ਇੱਜ਼ਤ ਦੇ ਨਾਲ ਖੇਡਣਾ ਅਤੇ ਅੰਤ ਮੌਤ ਦੇ ਮੂੰਹ ਸਮਾ ਜਾਣਾ ਰੇਸ਼ਮੋ ਦੀ ਹਿੰਮਤ ਸਦਕਾ। ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਨਿਰੰਤਰ ਇੱਕ ਲੜੀ ਦੇ ਵਾਂਗ ਚੱਲ ਰਹੀਆਂ ਹਨ, ਜਿਸ ਸਦਕਾ ਪਲਾਟ ਜਿਹੜਾ ਹੈ ਉਹ ਬੜਾ ਖਿੱਚ ਭਰਿਆ, ਇਸ ਦਾ ਮੱਧ ਵੀ ਜਿਹੜਾ ਹੈ ਉਹ ਬੜਾ ਰੋਮਾਂਟਿਕ ਜਿਹਾ ਹੈ ਅਤੇ ਅੰਤ ਪਰ ਦੁਖਾਂਤਕ ਹੈ, ਪਰ ਪ੍ਰਭਾਵਸ਼ਾਲੀ ਵੀ ਹੈ। ਇਸ ਕਹਾਣੀ ਦੇ ਵਿੱਚ ਸਮੇਂ ਅਤੇ ਸਥਾਨ ਦੀ ਏਕਤਾ ਦੇ ਨਾਲ ਨਾਲ ਪ੍ਰਭਾਵ ਦੀ ਏਕਤਾ ਵੀ ਜਿਹੜੀ ਹੈ ਉਹ ਨਿਰੰਤਰ ਅੰਤ ਤੱਕ ਕਾਇਮ ਰਹਿੰਦੀ ਹੈ। ਸੋ ਪਲਾਟ ਦੇ ਪੱਖੋਂ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਦਾ ਦਰਜਾ ਦੇ ਸਕਦੇ ਹਾਂ। ਜਿੱਥੋਂ ਤੱਕ ਉਦੇਸ਼ ਦਾ ਸਵਾਲ ਹੈ, ਇਸ ਕਹਾਣੀ ਦਾ ਉਦੇਸ਼ ਬੜਾ ਸਾਰਥਕ ਹੈ। ਲੇਖਕ ਨੇ ਇੱਕ ਪਾਸੇ ਤਾਂ ਜੋ ਗਰੀਬ ਤਬਕਾ ਹੈ ਉਹਨਾਂ ਦੀ ਪੇਟ ਦੀ ਭੁੱਖ ਨੂੰ ਦਰਸਾਇਆ ਹੈ, ਦੂਜੇ ਪਾਸੇ ਕਾਰਖਾਨੇਦਾਰਾਂ ਦੀ ਜੋ ਜਿਨਸੀ ਭੁੱਖ ਹੈ ਉਸ ਨੂੰ ਦਰਸਾਇਆ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਕਰਮਚਾਰੀਆਂ ਦਾ ਸ਼ੋਸ਼ਣ ਕਰਦੇ ਹਨ, ਮਾਨਸਿਕ ਸ਼ੋਸ਼ਣ ਕਰਦੇ ਹਨ, ਦੈਹਿਕ ਸ਼ੋਸ਼ਣ ਕਰਦੇ ਹਨ। ਅਤੇ ਸਭ ਤੋਂ ਵੱਡੀ ਗੱਲ ਕਿ ਕਾਰਖਾਨੇਦਾਰ ਭਾਵ ਪੂੰਜੀਪਤੀ ਵਰਗ ਜੋ ਹੈ ਉਹ ਗਰੀਬ ਲੋਕਾਂ ਦਾ ਇੱਜ਼ਤ ਆਬਰੂ ਦੇ ਨਾਲ ਖੇਡਣਾ ਆਪਣਾ ਹੱਕ ਸਮਝਦਾ ਹੈ। ਅਤੇ ਇਸ ਤੋਂ ਵੀ ਵੱਡਾ ਦੁੱਖ ਉਦੋਂ ਹੁੰਦਾ ਹੈ ਜਦੋਂ ਜੋ ਕਿਰਤੀ ਵਰਗ ਦੇ ਲੋਕ ਹਨ, ਭਾਵੇਂ ਉਹ ਰਹਿਮਤੇ ਹੈ, ਫਿੱਟਰ ਹੈ ਜਾਂ ਫਿਰ ਇੰਜੀਨੀਅਰ ਹੈ, ਉਹ ਸਾਰੇ ਵੀ ਆਪਣੇ ਹੀ ਵਰਗ ਦੇ ਲੋਕਾਂ ਨੂੰ ਆਪਣੇ ਮਾਲਕਾਂ ਦੇ ਜਾਲ ਦੇ ਵਿੱਚ ਫਸਾਉਣ ਦੇ ਵਿੱਚ ਮਾਲਕਾਂ ਦਾ ਸਾਥ ਦਿੰਦੇ ਹਨ ਅਤੇ ਉਹਨਾਂ ਦੇ ਕੋਲੋਂ ਜੋ ਹੈ ਆਰਥਿਕ ਸਹਾਇਤਾ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਇਸ ਕਹਾਣੀ ਦਾ ਜੋ ਸੰਦੇਸ਼ ਹੈ ਲੇਖਕ ਨੇ ਬੜਾ ਸਾਰਥਕ ਰੱਖਿਆ ਹੈ ਕਿ ਜੋ ਕਿਰਤੀ ਵਰਗ ਹੈ ਉਹਨਾਂ ਨੂੰ ਸੰਗਠਿਤ ਹੋ ਕੇ ਕੰਮ ਕਰਨਾ ਚਾਹੀਦਾ ਹੈ, ਜਾਗਰੂਕ ਹੋਣਾ ਚਾਹੀਦਾ ਹੈ। ਔਰ ਇਹਨਾਂ ਸਾਰੀਆਂ ਜੋ ਹਾਲਾਤਾਂ ਹਨ ਇਹਨਾਂ ਦਾ ਮੁੱਖ ਕਾਰਨ ਆਰਥਿਕ ਨਾ ਬਰਾਬਰੀ ਹੀ ਹੈ। ਆਰਥਿਕ ਨਾ ਬਰਾਬਰੀ ਜੋ ਹੈ ਉਸ ਦੇ ਵਿਰੁੱਧ ਲਾਮਬੱਧ ਹੋਣ ਦਾ ਵੀ ਇੱਕ ਸੰਦੇਸ਼ ਪ੍ਰਵਾਹਿਤ ਕੀਤਾ ਹੈ ਲੇਖਕ ਨੇ। ਜਿੱਥੋਂ ਤੱਕ ਪਾਤਰ ਉਸਾਰੀ ਦਾ ਸਵਾਲ ਹੈ, ਪਾਤਰ ਉਸਾਰੀ ਕਰਨ ਦੇ ਵਿੱਚ ਲੇਖਕ ਜੋ ਹੈ ਪੂਰਾ ਉਸਤਾਦ ਹੈ, ਕਿਉਂਕਿ ਇਸ ਕਹਾਣੀ ਦੇ ਪਾਤਰ ਜਿਹੜੇ ਹਨ ਉਹ ਯਥਾਰਥਕ ਹਨ, ਕੁਦਰਤੀ ਮਤਲਬ ਜਿਉਂਦੇ ਜਾਗਦੇ ਪ੍ਰਤੀਤ ਹੁੰਦੇ ਹਨ। ਕਿਉਂਕਿ ਅਜਿਹੇ ਪਾਤਰ ਜਿਹੜੇ ਹਨ ਸਾਨੂੰ ਆਪਣੇ ਆਮ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਵੀ ਨਜ਼ਰ ਆ ਜਾਂਦੇ ਹਨ, ਜਿਨ੍ਹਾਂ ਦਾ ਜੋ ਵਰਕ ਪਲੇਸ ਦੇ ਉੱਤੇ ਨਿਰੰਤਰ ਸ਼ੋਸ਼ਣ ਹੁੰਦਾ ਹੈ, ਪਰ ਜੋ ਹੈ ਕੁਝ ਉਹਨਾਂ ਦੇ ਸਾਥੀ ਹੀ ਉਹਨਾਂ ਦੇ ਸ਼ੋਸ਼ਣ ਦੇ ਵਿੱਚ ਮਾਲਕਾਂ ਦਾ ਸਾਥ ਦਿੰਦੇ ਹਨ। ਅਤੇ ਇਸ ਤਰ੍ਹਾਂ ਇਸ ਕਹਾਣੀ ਦੀ ਜੋ ਪਾਤਰ ਰੇਸ਼ਮਾ ਹੈ, ਨਾ ਖੁਸ਼ਗਵਾਰ ਪਰਿਸਥਿਤੀਆਂ ਦੇ ਵਿੱਚ ਕੰਮ ਕਰਦਿਆਂ ਹੋਇਆਂ ਵੀ ਆਪਣੇ ਹਿੰਮਤ ਤੋਂ, ਆਪਣੇ ਹੌਸਲੇ ਤੋਂ ਕੰਮ ਲੈਂਦਿਆਂ ਹੋਇਆਂ ਆਪਣੇ ਮਨੋਬਲ ਨੂੰ ਬਣਾਈ ਰੱਖਦੀ ਹੈ ਅਤੇ ਅੰਤ ਮਾਲਕ ਨੂੰ ਅਜਿਹਾ ਧੱਕਾ ਮਾਰਦੀ ਹੈ ਕਿ ਉਹ ਮੌਤ ਦੇ ਮੂੰਹ ਦੇ ਵਿੱਚ ਸਮਾ ਜਾਂਦਾ ਹੈ। ਦੂਜੇ ਪਾਸੇ ਰਹਿਮਤੇ ਇੱਕ ਅਜਿਹਾ ਪਾਤਰ ਹੈ ਜੋ ਬੇਹੱਦ ਖੁਦਗਰਜ਼ ਕਿਸਮ ਦਾ, ਚਾਪਲੂਸ ਕਿਸਮ ਦਾ ਪਾਤਰ ਹੈ। ਔਰ ਅਜਿਹੇ ਨਿਖਿੱਧ ਪਾਤਰ ਵੀ ਸਾਨੂੰ ਆਪਣੇ ਆਮ ਜਨ ਜੀਵਨ ਦੇ ਵਿੱਚ ਵਿਚਰਦੇ ਹੋਏ ਨਜ਼ਰ ਆਉਂਦੇ ਹਨ। ਸੋ ਪਾਤਰ ਉਸਾਰੀ ਦੇ ਪੱਖੋਂ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਕਹਿ ਸਕਦੇ ਹਾਂ ਕਿ ਜੋ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਆਪਣੇ ਨਿੱਜੀ ਸਵਾਰਥ ਦੇ ਲਈ ਦੂਸਰਿਆਂ ਦਾ ਘਾਣ ਕਰਨ ਤੋਂ ਗੁਰੇਜ਼
नहीं करते। जिथों तक वार्तालाप का सवाल है, इस कहानी का वार्तालाप जो है बड़ी लोड़ अनुसार है, सटीक है। जिमें रहमत जदों उन्होंने घर आउंदी है रेशमों दे, ते उत्थे उसकी माँ ते रहमते दे विचकार छोटे छोटे वार्तालाप होए हैं, जां फिर फैक्ट्री दे विच जदों रेशमों नूं अपने जाल दे विच फसाउण दीयां गल्लां कर रहे हैं, तां उत्थे भी निक्के निक्के वार्तालाप हैं। भाव वार्तालाप जिहड़ा है जिन्ना छोटा होएगा, निक्का होएगा और मीनिंगफुल होएगा, संखेप या भावपूर्त होएगा, उन्ना ही कहानी के प्रभाव दे विच वाधा करता है। जिवें हवाले वजों असी मिसाल दिती है कि ना वे वीरा रहमते ने घबराउण की एक्टिंग की, ਅਸੀਂ ਲੈ ਆਉਂਦੀਆਂ ਹਾਂ ਚਾਬੀ ਲੱਭ ਕੇ। ਭਾਵ ਇੱਥੇ ਕਿੱਥੇ ਕਿਹੜੇ ਸੈਂਟੈਂਸ ਨੂੰ ਅਸੀਂ ਕੌਮਾਸ ਦੇ ਵਿੱਚ ਰੱਖਣਾ ਹੈ, ਕਿੱਥੇ ਫੁੱਲ ਸਟਾਪ ਲਾਉਣਾ ਹੈ, ਕਿੱਥੇ ਕੌਮਾਸ ਬੰਦ ਕਰਨੇ ਹਨ, ਇਹ ਸਾਰਾ ਜੋ ਹੈ ਇਹ ਇੱਕ ਵਿਦਿਆਰਥੀ ਨੂੰ ਜਦੋਂ ਅਸੀਂ ਉੱਤਰ ਲਿਖਦੇ ਹਾਂ ਤੇ ਇਸੇ ਤਰ੍ਹਾਂ ਜੋ ਵਾਰਤਾਲਾਪ ਹਨ ਉਹਨਾਂ ਦਾ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। ਸੋ ਵਾਰਤਾਲਾਪ ਦੇ ਪੱਖੋਂ ਵੀ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਦਾ ਦਰਜਾ ਦੇ ਸਕਦੇ ਹਾਂ, ਕਿਉਂਕਿ ਕਹਾਣੀਕਾਰ ਨੇ ਜਿਸ ਤਰ੍ਹਾਂ ਦੇ ਵਾਰਤਾਲਾਪ ਕਰਵਾਏ ਹਨ ਉਹ ਕਹਾਣੀ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ, ਅਤੇ ਨਾਲ ਦੀ ਨਾਲ ਪਾਤਰਾਂ ਦੀ ਜੋ ਮਨੋਸਥਿਤੀ ਹੈ ਉਸ ਦਾ ਵੀ ਜੋ ਹੈ ਚਿੱਤਰਣ ਕਰ ਰਹੇ ਹਨ। ਇਸ ਤੋਂ ਬਾਅਦ ਆ ਜਾਂਦਾ ਹੈ ਵਾਤਾਵਰਨ। ਵਾਤਾਵਰਨ ਇੱਕ ਅਜਿਹੀ ਕੜੀ ਹੈ ਜਿਸ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਮਾਨਸਿਕ ਵਾਤਾਵਰਨ ਪਾਤਰਾਂ ਦਾ ਅਤੇ ਉੱਥੋਂ ਦਾ ਜੋ ਬਾਹਰੀ ਵਾਤਾਵਰਨ ਹੈ, ਜਿਵੇਂ ਫੈਕਟਰੀ ਦਾ ਮਾਹੌਲ ਹੈ ਅਤੇ ਫੈਕਟਰੀ ਦੇ ਵਿੱਚ ਜਿਸ ਤਰ੍ਹਾਂ ਮਸ਼ੀਨਾਂ ਦੀ ਠੱਕ ਠੱਕ ਦੀ ਆਵਾਜ਼ ਆ ਰਹੀ ਹੈ, ਔਰ ਨਾਲ ਦੀ ਨਾਲ ਲੇਖਕ ਨੇ ਇਹ ਵੀ ਦਰਸਾਉਣ ਦਾ ਯਤਨ ਕੀਤਾ ਹੈ ਕਿ ਸਾਡਾ ਸਮਾਜਿਕ ਵਾਤਾਵਰਨ ਅਜਿਹਾ ਬਣ ਚੁੱਕਿਆ ਹੈ ਕਿ ਜੋ ਪੂੰਜੀਪਤੀ ਵਰਗ ਹੈ ਉਹ ਆਪਣੇ ਆਰਥਿਕ ਹਿੱਤਾਂ ਦੇ ਲਈ ਕਿਸ ਤਰ੍ਹਾਂ ਦੇ ਜੋ ਹੈ ਹਥਕੰਡੇ ਵਰਤਦੇ ਹਨ। ਜਿਵੇਂ ਰਾਤ ਨੂੰ ਹੀ ਫੈਕਟਰੀ ਚਲਾਈ ਜਾ ਰਹੀ ਹੈ, ਰਾਤ ਨੂੰ ਚਲਾਉਣ ਦਾ ਮਤਲਬ ਇਹੀ ਹੈ ਕਿ ਰਾਤ ਨੂੰ ਕਿਸੇ ਤਰ੍ਹਾਂ ਦਾ ਕੋਈ ਛਾਪਾ ਨਹੀਂ ਵੱਜੇਗਾ ਔਰ ਬਿਜਲੀ ਦੀ ਚੋਰੀ ਕੀਤੀ ਜਾ ਸਕਦੀ ਹੈ, ਕਿ ਜਿੰਨੀਆਂ ਲਾਈਟਾਂ ਚੱਲ ਰਹੀਆਂ ਹਨ, ਜਿੰਨੀਆਂ ਮਸ਼ੀਨਾਂ ਚੱਲ ਰਹੀਆਂ ਹਨ, ਉਹਨਾਂ ਦੇ ਵਿੱਚ ਜਿੰਨੀ ਵੀ ਬਿਜਲੀ ਦੀ ਵਰਤੋਂ ਹੋਏਗੀ ਉਸ ਨੂੰ ਚੋਰੀ ਕਰਨ ਦੇ ਵਿੱਚ ਜੋ ਹੈ ਰਾਤ ਦਾ ਸਹਾਰਾ ਲਿਆ ਜਾ ਰਿਹਾ ਹੈ। ਪਾਤਰਾਂ ਦਾ ਮਾਨਸਿਕ ਵਾਤਾਵਰਨ ਵੀ ਬੜਾ ਬਖੂਬੀ ਲੇਖਕ ਪ੍ਰਗਟਾਉਣ ਦੇ ਵਿੱਚ ਸਫਲ ਹੋਇਆ ਹੈ। ਸੋ ਵਾਤਾਵਰਨ ਦੇ ਪੱਖੋਂ ਵੀ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਦਾ ਦਰਜਾ ਦੇ ਸਕਦੇ ਹਾਂ, ਕਿਉਂਕਿ ਇੱਕ ਤਰ੍ਹਾਂ ਦਾ ਸਜੀਵ ਚਿੱਤਰਣ ਜੋ ਹੈ ਪੇਸ਼ ਕੀਤਾ ਗਿਆ ਹੈ ਇਸ ਕਹਾਣੀ ਦੇ ਵਿੱਚ। ਜਿੱਥੋਂ ਤੱਕ ਭਾਸ਼ਾ ਸ਼ੈਲੀ ਦਾ ਸਵਾਲ ਹੈ, ਭਾਸ਼ਾ ਸ਼ੈਲੀ ਇਸ ਕਹਾਣੀ ਦੀ ਬਿਆਨੀਆ ਢੰਗ ਦੀ ਹੈ ਔਰ ਇਸ ਦੇ ਵਿੱਚ ਕਿਤੇ ਕਿਤੇ ਨਾਟਕੀ ਅੰਸ਼ ਵੀ ਮੌਜੂਦ ਹੈ। ਕਹਾਣੀ ਦੀ ਬੋਲੀ ਜਿਹੜੀ ਹੈ ਉਹ ਮਾਝੇ ਦੀ ਕੇਂਦਰੀ ਪੰਜਾਬੀ ਹੈ ਔਰ ਰਵਾਨਗੀ ਭਰਪੂਰ ਹੈ ਬੋਲੀ। ਸ਼ੁਰੂ ਤੋਂ ਲੈ ਕੇ ਅੰਤ ਤੱਕ ਕਹਾਣੀ ਪੜ੍ਹਨ ਦੇ ਵਿੱਚ ਇੱਕ ਕਹਾਣੀ ਰਸ ਦੀ ਮੌਜੂਦਗੀ ਇਸੇ ਕਰਕੇ ਹੈ ਕਿਉਂਕਿ ਭਾਸ਼ਾ ਸ਼ੈਲੀ ਜਿਹੜੀ ਬੜੀ ਰੌਚਕ ਕਿਸਮ ਦੀ ਵਰਤੀ ਗਈ ਹੈ। ਸਿਰਲੇਖ ਇਸ ਕਹਾਣੀ ਦਾ ਰੱਬ ਦੀ ਮੌਤ ਬੇਹੱਦ ਸਾਰਥਕ ਹੈ ਔਰ ਜੋ ਹੈ ਪ੍ਰਤੀਕਾਤਮਕ ਵੀ ਹੈ। ਅਸਲ ਦੇ ਵਿੱਚ ਜਦੋਂ ਇਹ ਕਹਾਣੀ ਲਿਖੀ ਗਈ ਤਾਂ ਬਹੁਤ ਵਿਵਾਦ ਹੋਇਆ ਸੀ, ਕਿਉਂਕਿ ਕੁਝ ਲੋਕਾਂ ਨੇ ਰੱਬ ਦੀ ਮੌਤ ਦੇ ਉੱਤੇ ਬਹੁਤ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਲਾਇਆ ਸੀ ਕਿ ਰੱਬ ਦੀ ਮੌਤ ਕਿਉਂ ਕੀਤੀ ਗਈ ਹੈ ਜਾਂ ਕਿਵੇਂ ਹੋ ਸਕਦੀ ਹੈ। ਤਾਂ ਲੇਖਕ ਨੇ ਉਹਨਾਂ ਲੋਕਾਂ ਨੂੰ ਇਹ ਜਵਾਬ ਦਿੱਤਾ ਕਿ ਜਿਨ੍ਹਾਂ ਨੂੰ ਮੇਰੀ ਇਹ ਕਹਾਣੀ ਸਮਝ ਨਹੀਂ ਆਈ ਉਹ ਇਸ ਕਹਾਣੀ ਨੂੰ ਦੁਬਾਰਾ ਪੜ੍ਹ ਸਕਦੇ ਹਨ, ਪਰ ਰੱਬ ਦੀ ਮੌਤ ਅਸਲ ਦੇ ਵਿੱਚ ਕਿਸੇ ਅਧਿਆਤਮਕ ਰੱਬ ਦੀ ਮੌਤ ਦੀ ਗੱਲ ਨਹੀਂ ਕੀਤੀ ਗਈ ਇਸ ਕਹਾਣੀ ਦੇ ਵਿੱਚ। ਰੱਬ ਅਸਲ ਦੇ ਵਿੱਚ ਕਾਰਖਾਨੇਦਾਰ ਦਾ ਉਹ ਨਾਲਾਇਕ ਪੁੱਤਰ ਸੀ ਜਿਹੜਾ ਆਪਣੇ ਆਪ ਨੂੰ ਫੈਕਟਰੀ ਦੇ ਸਾਰੇ ਕਰਿੰਦਿਆਂ ਦਾ ਮਾਲਕ ਸਮਝਦਾ ਸੀ ਔਰ ਉਸ ਦੀ ਮੌਤ ਦੀ ਗੱਲ ਕੀਤੀ ਗਈ ਹੈ, ਜੋ ਸੋਚਦਾ ਸੀ ਕਿ ਇਸ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਕਰਿੰਦਿਆਂ ਦੀ ਜ਼ਿੰਦਗੀ ਜਾਂ ਉਹਨਾਂ ਦਾ ਜੀਵਨ ਜੋ ਹੈ ਉਸ ਦੀ ਦਇਆ ਦੇ ਉੱਤੇ ਨਿਰਭਰ ਕਰਦਾ ਹੈ। ਸੋ ਉਸ ਰੱਬ ਦੀ ਮੌਤ ਜੋ ਹੈ ਉਹ ਜ਼ਰੂਰੀ ਵੀ ਸੀ ਕਿਉਂਕਿ ਉਹ ਦੁਰਾਚਾਰੀ ਰੱਬ ਸੀ ਔਰ ਜਿਹੜਾ ਆਪਣੇ ਫਰਜ਼ ਨੂੰ ਪਛਾਣਨ ਦੀ ਬਜਾਏ ਆਪਣੇ ਕਰਿੰਦਿਆਂ ਦਾ ਸ਼ੋਸ਼ਣ ਕਰਦਾ ਸੀ। ਅਜਿਹਾ ਰੱਬ ਦੀ ਮੌਤ ਦੇ ਆਲੇ ਦੁਆਲੇ ਜੋ ਘੁੰਮਦਾ ਹੋਇਆ ਸਿਰਲੇਖ ਰੱਖਿਆ ਗਿਆ ਹੈ ਬਿਲਕੁਲ ਸਾਰਥਕ ਹੈ, ਸਪਸ਼ਟ ਹੈ, ਢੁਕਵਾਂ ਹੈ, ਫਬਵਾਂ ਹੈ, ਵਿਸ਼ੇ ਦੇ ਨਾਲ ਸਿੱਧਾ ਸੰਬੰਧਿਤ ਹੈ ਔਰ ਅੰਤ ਦੇ ਵਿੱਚ ਕਾਰਖਾਨੇਦਾਰ ਦੇ ਉਸ ਨਲਾਇਕ ਬੇਟੇ ਦੀ ਮੌਤ ਨੂੰ ਸਿੱਧਾ ਜੋ ਹੈ
ਇਸ ਕਹਾਣੀ ਦੇ ਸਿਰਲੇਖ ਦੇ ਨਾਲ ਜੋੜਿਆ ਗਿਆ ਹੈ। ਸੋ ਸਿਰਲੇਖ ਪੱਖੋਂ ਵੀ ਇਸ ਕਹਾਣੀ ਨੂੰ ਅਸੀਂ ਸਫਲ ਕਹਾਣੀ ਕਹਿ ਸਕਦੇ ਹਾਂ। ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਰੱਬ ਦੀ ਮੌਤ ਕਹਾਣੀ ਜੋ ਹੈ ਇਹ ਇੱਕ ਚੁਣਾਤਮਕ ਕਹਾਣੀ ਹੈ ਅਸਲ ਦੇ ਵਿੱਚ, ਕਿਉਂਕਿ ਸਰਮਾਏਦਾਰੀ ਜੋ ਸ਼੍ਰੇਣੀ ਹੈ, ਜੋ ਆਪਣੇ ਆਪ ਨੂੰ ਦੂਸਰਿਆਂ ਦਾ ਮਾਲਕ ਦੱਸਦਿਆਂ ਹੋਇਆਂ ਉਹਨਾਂ ਦਾ ਸ਼ੋਸ਼ਣ ਕਰਦੀ ਹੈ, ਉਹਨਾਂ ਦੇ ਇਸ ਕਿਰਦਾਰ ਨੂੰ ਨੰਗਿਆਂ ਕੀਤਾ ਗਿਆ ਹੈ ਕਿ ਸ਼ੋਸ਼ਿਤ ਸ਼੍ਰੇਣੀ ਦੀ ਜਿਹੜੀ ਹੋਣੀ ਹੈ, ਇਸ ਨੂੰ ਬਦਲਣ ਦੇ ਲਈ ਅਜਿਹੇ ਜੋ ਮਨੁੱਖ ਵਿਰੋਧੀ ਰੱਬ ਹਨ, ਉਹਨਾਂ ਦਾ ਅੰਤ ਹੋਣਾ, ਉਹਨਾਂ ਦੀ ਮੌਤ ਹੋਣਾ ਬੇਹੱਦ ਜ਼ਰੂਰੀ ਹੈ। ਸੋ ਸਮੁੱਚੇ ਰੂਪ ਦੇ ਵਿੱਚ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਦਾ ਦਰਜਾ ਦੇ ਸਕਦੇ ਹਾਂ। ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦਾ ਇਹ ਲੈਕਚਰ ਕਾਫੀ ਲਾਹੇਵੰਦ ਸਾਬਿਤ ਹੋਇਆ ਹੋਵੇਗਾ। ਸੋ ਮਿਲਾਂਗੇ ਅਗਲੇ ਲੈਕਚਰ ਦੇ ਵਿੱਚ, ਤਦ ਤੱਕ ਲਈ ਇਜਾਜ਼ਤ। ਧੰਨਵਾਦ।